पंजाब न्यूज़ देख रहे सारे ही देश ਦੇ ਦਰਸ਼ਕਾਂ ਦਾ मैं हरजीत कौर स्वागत कर दर्शकों ਤੁਸੀਂ देख सकते हो कि किस तरह अज इलैक्शनां ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਾਂ ਅੱਜ ਜਿਹੜੀ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਵਿੱਚੋਂ ਜਿੱਤੀ ਹੈਗੀ ਆ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਵੀ 3 ਸਟੇਟਾਂ ਦੇ ਵਿੱਚ ਦੌਰੇ ਕੀਤੇ ਗਏ ਸੀ ਤਾਂ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਜਿੱਤ ਵੀ ਹੋਈ ਹੈ ਕਿਉਂਕਿ ਉਹਨਾਂ ਵੱਲੋਂ ਪ੍ਰਚਾਰ ਕਿਸਾਨੀ ਅੰਦੋਲਨ ਦਾ पूरिया स्टेटा किया गया तो साढ़े नाल जगजीत सिंह डलेवाल जी मौजूद है संयुक्त किसान मोर्चा के आगू तो गलबात करेंगे इस पूरी चर्चा ते खुल के विचार चर्चा करेंगे गलबात करते हैं वाहिगुरू जी खालसा वाहिगुरू फतेह जी डलेवाल जी जिस हिसाब नाल हुण ममता बैनर्जी बंगाल दे विच उन्होंने जित हासिल की है क्योंकि तुहाडी मेहनत का भी फल से तुसीं दौरे कीते आ उत्थे रैलियां महापंचायतां कीतियां तो किवें देखदे हो देखो जिहड़ी ये जित है खास करके मतलब पश्चिमी बंगाल दी ਇਹ ਆਪਣੇ ਆਪ ਦੇ ਵਿੱਚ ਇਹ ਇੱਕ ਮੋਹਰ ਲਾਉਂਦੀ ਹੈ ਇਸ ਗੱਲ ਦੇ ਉੱਤੇ ਕਿ ਕਿਸਾਨ ਅੰਦੋਲਨ ਦੀ ਜਿੱਤ ਹੈ ਜੀ ਕਿਉਂਕਿ ਜਿਸ ਵੇਲੇ ਅਸੀਂ ਗਏ ਆ ਉੱਥੇ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਨ ਨਹੀਂ ਗਏ ਸੀ ਅਸੀਂ ਉੱਥੇ ਇਹ ਗੱਲ ਕਲੀਅਰ ਕੀਤੀ ਹੈ ਕਿ ਸਰਕਾਰ ਦੀ ਬੀਜੇਪੀ ਦੀਆਂ ਜੋ ਲੋਕ ਮਾਰੂ ਨੀਅਤ ਹੈ ਨੀਤੀਆਂ ਹੈ ਉਹਨਾਂ ਦਾ ਲੋਕਾਂ ਦੇ ਕੋਲੇ ਅਸੀਂ ਖੁਲਾਸੇ ਕੀਤੇ ਨੇ ਔਰ ਕਿਸ ਤਰੀਕੇ ਦੇ ਨਾਲ ਇਹਦਾ ਮੁਕਾਬਲਾ ਕਰਨਾ ਉਹ ਗੱਲ ਰੱਖੀ ਹੈ ਔਰ ਉਹਨੂੰ ਲੋਕਾਂ ਨੇ ਐਕਸੈਪਟ ਕੀਤਾ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਸਹਿਯੋਗ ਦਿੱਤਾ ਤਾਂ ਮੈਂ ਇਹਨੂੰ ਇਹ ਕਹੂੰਗਾ ਕਿ ਇੱਕ ਤਰੀਕੇ ਦੇ ਨਾਲ ਵੋਟ ਦਾ ਯੂਜ਼ ਕਰਕੇ ਵੋਟ ਦੀ ਵਰਤੋਂ ਕਰਕੇ ਉਹਨਾਂ ਨੇ ਲੋਕਾਂ ਨੇ ਅੱਜ ਜਦੋਂ ਉਹਨਾਂ ਦੇ ਹੱਥ 'ਚ ਤਾਕਤ ਆਈ ਸੀ ਇਸ ਕਿਸਾਨ ਅੰਦੋਲਨ ਦਾ ਭਰਪੂਰ ਸਹਿਯੋਗ ਦਿੱਤਾ ਹੈ ਇਹਦਾ ਸਾਥ ਦਿੱਤਾ ਹੈ ਔਰ ਬੀਜੇਪੀ ਦਾ ਜਿਹੜਾ ਹੰਕਾਰੀ ਚਿਹਰਾ ਸੀ ਉਹਨੂੰ ਅੱਜ ਲੋਕਾਂ ਨੇ ਇੱਕ ਸਾਈਡ 'ਤੇ ਕਰਕੇ ਆਪਣੀ ਠੀਕ ਦਿਸ਼ਾ ਵੱਲ ਤੁਰਿਆ ਲੋਕ ਔਰ ਇਹਦੇ ਲਈ ਮੈਂ ਪੂਰੇ ਦੇ ਪੂਰੇ ਬੰਗਾਲ ਦੇ ਲੋਕਾਂ ਦਾ ਬੰਗਾਲ ਦੀ ਜਨਤਾ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਸ ਗੱਲ ਨੂੰ ਮੰਨਿਆ ਨਾਲ ਅਗਲੀ ਗੱਲ ਇਹ ਹੈ ਕਿ ਬਾਕੀ ਕੁਝ ਸਟੇਟਾਂ ਦੇ ਵਿੱਚ ਜਿਵੇਂ 5 ਸਟੇਟਾਂ ਦੇ ਵਿੱਚ ਇਹਨਾਂ ਦੀ ਸੀਗਾ ਇਲੈਕਸ਼ਨ ਉਹਨਾਂ ਦੇ ਵਿੱਚੋਂ 3 ਸਟੇਟਾਂ ਹੋਰ ਵੀ ਇਹ ਨੇ ਜਿੱਥੇ ਪੂਰੀ ਤਰ੍ਹਾਂ ਇਹਨਾਂ ਦਾ ਸਫਾਇਆ ਹੋਇਆ ਹੈ ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਜਿਹੜਾ ਕਿਹਾ ਜਾ ਰਿਹਾ ਸੀਗਾ ਸਾਡੀ ਸਰਕਾਰ ਵੱਲੋਂ ਕਿ ਇਹ ਅੰਦੋਲਨ ਕੇਵਲ ਪੰਜਾਬ 'ਚ ਹੈ ਜਾਂ ਕੇਵਲ ਇੱਥੇ ਹੀ ਹੈ ਜਾਂ ਹਰਿਆਣੇ 'ਚ ਹੈ ਜਾਂ ਯੂਪੀ 'ਚ ਹੈ ਅੱਜ ਇਸ ਹਾਰ ਨੇ ਸਿੱਧ ਕਰਤਾ ਕਿ ਇਸ ਅੰਦੋਲਨ ਦੀ ਗੂੰਜ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਪੈ ਚੁੱਕੀ ਹੈ ਔਰ ਹਰ ਥਾਂ ਤੋਂ ਲੋਕਾਂ ਨੇ ਇਹਨਾਂ ਨੂੰ ਪਛਾੜਿਆ ਇਹਨਾਂ ਦੀ ਨੀਅਤ ਨੂੰ ਪਛਾੜਿਆ ਲੋਕ ਸਮਝ ਚੁੱਕੇ ਨੇ ਕਿ ਅੰਦੋਲਨਕਾਰੀ ਅੰਦੋਲਨ ਜੋ ਕਰ ਰਹੇ ਨੇ ਉਹ ਜਾਇਜ਼ ਹੈ ਔਰ ਸਰਕਾਰ ਦੀ ਜਿਹੜੀ ਹਿਟਲਰ ਸ਼ਾਹੀ ਦੀ ਨੀਅਤ ਹੈ ਉਹਨੂੰ ਲੋਕਾਂ ਨੇ ਪਛਾੜਿਆ ਹੈ ਔਰ ਇਸ ਲਈ ਮੈਂ ਪੂਰੇ ਦੇਸ਼ ਦੇ ਵੋਟਰਾਂ ਦਾ ਅਸੀਂ ਸੰਯੁਕਤ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨੇੜੇ ਇਲੈਕਸ਼ਨ ਆ ਗਈ ਹੈ ਯੂਪੀ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਲੋਕਾਂ ਨੂੰ ਨੱਥ ਪਾਉਣ ਦਾ ਇਹ ਵਧੀਆ ਤਰੀਕਾ ਹੈ ਔਰ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਬੁਰੀ ਤਰ੍ਹਾਂ ਯੂਪੀ ਦੇ ਵਿੱਚੋਂ ਹਰਾਇਆ ਜਾਏ ਇਹਨਾਂ ਨੂੰ ਸਬਕ ਸਿਖਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਅਕਲ ਆਵੇ ਔਰ ਇਹ ਜਿਹੜਾ ਹਿਟਲਰ ਸ਼ਾਹੀ ਜਾਂ ਤਾਨਾਸ਼ਾਹੀ ਸੋਚ ਅਪਣਾ ਕੇ ਜਿਹੜੇ ਚੱਲੇ ਨੇ ਬੀਜੇਪੀ ਵਾਲੇ ਇਹਨਾਂ ਦੀ ਇਸ ਸੋਚ ਦੇ ਖਿਲਾਫ ਸਾਡੀ ਲੜਾਈ ਹੈ ਔਰ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਵੀ ਕਿ ਅਜੇ ਸਮਾਂ ਹੈ ਡਲੀਵਾਲ ਸਾਹਿਬ ਜੀ ਮੰਨ ਲਓ ਅਗਰ ਜੇ ਇਹ ਬੰਗਾਲ ਦੇ ਵਿੱਚ ਜਿੱਤ ਜਾਂਦੀ ਹੈ ਤਾਂ ਕੀ ਕਿਸਾਨੀ ਅੰਦੋਲਨ ਤੇ ਵੀ ਇਹਦਾ ਅਸਰ ਪੈਣਾ ਸੀ ਕਿਉਂਕਿ ਇੱਥੇ ਇਹ ਵੀ ਤੈਅ ਹੋ ਗਿਆ ਕਿ ਮੋਰਚਾ ਕਿੰਨਾ ਕੁ ਜ਼ਿਆਦਾ ਮਜ਼ਬੂਤ ਹੈਗਾ ਕਿਉਂਕਿ ਜਦੋਂ ਉਹ ਬੰਗਾਲ ਤੱਕ ਇਸ ਕਿਸਾਨੀ ਅੰਦੋਲਨ ਦਾ ਸੇਕ ਪਹੁੰਚਾ ਕੇਰਲਾ ਕਰਨਾਟਕ ਤੱਕ ਪਹੁੰਚਿਆ ਹੈਗਾ ਹੈ ਨਾ ਤਾਂ ਪਤਾ ਲੱਗ ਗਿਆ ਕਿ ਉਹ ਲੋਕ ਆ ਜਿਹੜੇ ਕਿ ਉਹ ਵੀ ਜੁੜੇ ਹੋਏ ਨੇ ਕਿਸਾਨੀ ਦੇਖੋ ਮੈਨੂੰ ਲੱਗਦਾ ਹੈ ਕਿ ਸਾਡੇ ਜਾਣ ਨਾਲ ਉੱਥੇ ਜਿੱਤ ਮਜ਼ਬੂਤ ਹੋਈ ਹੈ ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਸੁਭਾਵਿਕ ਹੁੰਦੀ ਹੈ ਗੱਲ ਅਗਰ ਅਸੀਂ ਉੱਥੇ ਗਏ ਸੀ ਉੱਥੇ ਬੀਜੇਪੀ ਆਪਣਾ ਪੱਤਾ ਖੇਡ ਜਾਂਦੀ ਕਿਉਂਕਿ ਇਹਨਾਂ ਦੇ ਕੋਲੇ ਬਹੁਤ ਦਾਅ ਪੈ ਜਾਂਦੇ ਨੇ ਔਰ ਇਹਨਾਂ ਦਾ ਪੱਤਾ ਚੱਲ ਜਾਂਦਾ ਉੱਥੇ ਤਾਂ ਸੁਭਾਵਿਕ ਹੈ ਕਿ ਉੱਥੇ ਜਿੱਤ ਇਹਨਾਂ ਦੀ ਹੋ ਜਾਣੀ ਸੀ ਅਗਰ ਇਹਨਾਂ ਦੀ ਜਿੱਤ ਹੁੰਦੀ ਤਾਂ ਇਹਨਾਂ ਦਾ ਇੱਕ ਵਾਰੀ ਭਾਵੇਂ ਅੰਦਰੋਂ ਤਾਂ ਡਰਦੇ ਪਰ ਬਾਹਰੀ ਰੂਪ ਦੇ ਵਿੱਚ ਇਹਨਾਂ ਨੇ ਆਪਣਾ ਹੌਸਲਾ ਬੁਲੰਦ ਨਜ਼ਰ ਵਿਖਾਉਣ ਵਾਸਤੇ ਲੋਕਾਂ ਨੂੰ ਕਿ ਸਾਨੂੰ ਕੋਈ ਪਰਵਾਹ ਨਹੀਂ ਜਿਵੇਂ ਆਪਣਾ ਬਿਹਾਰ ਦੇ ਵਿੱਚ ਇਹਨਾਂ ਨੇ ਜਿੱਤੇ ਨੇ ਔਰ ਸਾਨੂੰ ਸਾਰਿਆਂ ਲੋਕਾਂ ਨੂੰ ਪਤਾ ਹੈ ਕਿ ਉੱਥੇ EVM ਦੀ ਗੇਮ ਖੇਡੀ ਗਈ ਹੈ ਬੱਚਾ ਜਾਣਦਾ ਦੇਸ਼ ਦਾ ਲੇਕਿਨ ਅਜਿਹੀਆਂ ਗੇਮਾਂ ਖੇਡ ਕੇ ਜਿੱਤ ਕੇ ਵੀ
ਇਹ ਕਹਿ ਰਹੇ ਨੇ ਕਿ ਦੇਖੋ ਜੀ ਲੋਕ ਅਗਰ ਸਾਡੇ ਕਾਨੂੰਨ ਮਾੜੇ ਹੁੰਦੇ, ਸਾਡੀ ਸਰਕਾਰ ਮਾੜੀ ਹੁੰਦੀ ਤਾਂ ਅਸੀਂ ਉੱਥੇ ਜਿੱਤਦੇ ਕਿਉਂ। ਅੱਜ ਸਾਹਮਣੇ ਕਰਤਾ ਲੋਕਾਂ ਨੇ ਕਿ ਉੱਥੇ ਤੁਸੀਂ EVM ਦੇ ਚਾਲ ਨਾਲ ਜਿੱਤੇ ਹੋ, ਔਰ ਆਹ ਜਿਹੜੀ ਹੈ ਇਹ ਤੁਹਾਡੀ ਇੱਥੇ EVM ਦੀ ਚਾਲ ਨਹੀਂ ਚੱਲੀ, ਔਰ ਇੱਥੇ ਤੁਹਾਡੀ ਬੁਰੀ ਤਰ੍ਹਾਂ ਹਾਰ ਹੋਈ ਹੈ, ਔਰ ਇਹ ਗੱਲ ਲੋਕਾਂ ਨੇ ਕਲੀਅਰ ਕਰਤੀ ਹੈ। ਪਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਰਕਾਰ ਕੋਲ ਪਾਵਰ ਹੈ, ਹਾਲਾਂਕਿ ਉਹਨਾਂ ਨੇ ਹਾਰ ਦਾ ਜੇ ਗੁੱਸਾ ਜ਼ਾਹਰ ਕਰਨਾ ਤਾਂ ਕਿਤੇ ਉਹ ਵੀ ਨਹੀਂ ਕਿਸਾਨੀ ਅੰਦੋਲਨ ਚ ਕਰ ਸਕਦੇ, ਲੋਕਡਾਊਨ ਵਧਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ। ਨਹੀਂ ਦੇਖੋ, ਮੈਂ ਕਹੂੰਗਾ ਕਿ ਜੇਕਰ ਉਹ ਸਰਕਾਰਾਂ ਕਰ ਕੁਝ ਵੀ ਸਕਦੀਆਂ ਹੈ, ਇਹ ਸਰਕਾਰ ਦੇ ਹੱਥ 'ਚ ਹੈ, ਲੇਕਿਨ ਇਹ ਐਡਾ ਆਸਾਨ ਨਹੀਂ ਹੋਏਗਾ। ਇਸ ਵੇਲੇ ਕਿਸਾਨਾਂ ਦੇ ਉੱਤੇ ਅਜਿਹਾ ਕੁਝ ਕਰਨਾ, ਸਮਝ ਲਓ ਅਗਰ ਸਰਕਾਰ ਕੋਈ ਅਜਿਹਾ ਸਟੈਪ ਚੱਕਦੀ ਹੈ ਤਾਂ ਬੀਜੇਪੀ ਜ਼ਿੰਦਗੀ ਭਰ ਬੀਜੇਪੀ ਦੇ ਲੀਡਰ ਸਹੁੰ ਪਾ ਲੈਣ ਔਰ ਇਹ ਇੱਕ ਤਰ੍ਹਾਂ ਕੰਨੀ ਪਰਨੇ ਹੋ ਕੇ ਸੌਂ ਜਾਣ ਕਿ ਦੁਬਾਰਾ ਬੀਜੇਪੀ ਦੀ ਸਰਕਾਰ ਭਾਰਤ ਦੇ ਵਿੱਚ ਨਹੀਂ ਆਏਗੀ। ਅਗਰ ਕਿਸਾਨ ਅੰਦੋਲਨ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਬਲ ਪ੍ਰਯੋਗ ਕਰਦੀ ਹੈ ਜਾਂ ਗੁੱਸਾ ਕੱਢਣ ਦੀ ਗੱਲ ਕਰਦੀ ਹੈ, ਕਿਸਾਨਾਂ ਦੇ ਗੁੱਸਾ ਕੱਢਣ ਦਾ ਕੀ ਮਤਲਬ ਹੈ? ਕਿਸਾਨ ਤੇ ਆਪਣੀ ਰੋਜੀ ਦੀ ਖਾਤਰ ਲੜ ਰਹੇ ਨੇ ਨਾ। ਲੋੜ ਤਾਂ ਇਹਨਾਂ ਨੂੰ ਇਸ ਗੱਲ ਨੂੰ ਸਮਝਣ ਦੀ ਹੈ ਕਿ ਤੁਹਾਡੀਆਂ ਆਪਦੀਆਂ ਕਰਤੂਤਾਂ ਨੂੰ ਸੁਧਾਰਨਾ, ਲੋੜ ਕਰਤੂਤਾਂ ਸੁਧਾਰਨ ਦੀ ਆ, ਆਪਣੇ ਆਪ ਨੂੰ ਸੁਧਾਰਨ ਦੀ ਆ, ਨਾ ਕਿ ਮਤਲਬ ਜਦੋਂ ਕੋਈ ਗਲਤੀ ਹੁੰਦੀ ਹੈ, ਅਗਰ ਹਾਰ ਗਏ, ਲੋਕਾਂ ਨੇ ਸਾਥ ਨਹੀਂ ਦਿੱਤਾ ਤੇ ਲੋਕਾਂ ਦੇ ਗੁੱਸਾ ਕੱਢਣ ਦੀ ਬਜਾਏ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਵੀ ਹੁਣ ਤਾਂ ਆਕਸੀਜਨ ਦੀ ਕਮੀ ਕਹਿ ਕੇ ਵੀ ਬਹੁਤ ਵੱਡਾ ਜਿਹੜਾ ਕਿ ਸਾਹ ਦੇ ਨਾਂ ਤੇ ਵਪਾਰ ਹੋ ਰਿਹਾ ਹੈ, ਇੱਥੋਂ ਤੱਕ ਕਿ ਮੌਤਾਂ ਵੀ ਕਿੰਨੀਆਂ ਹੋ ਚੁੱਕੀਆਂ। ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨੀ ਅੰਦੋਲਨ ਤੱਕ ਵੀ ਸੇਕ ਪਹੁੰਚ ਸਕਦਾ? ਦੇਖੋ, ਇਹ ਵੀ ਇੱਕ ਮੈਂ ਇਹ ਕਹੂੰਗਾ ਕਿ ਲਗਭਗ 2 ਸਾਲ ਹੋ ਗਿਆ ਹੈ ਕਰੋਨਾ ਦਾ ਦੌਰ ਚੱਲਦੇ ਨੂੰ ਜੀ। ਹਜੇ ਆਇਆ ਹੈ ਕਰੋਨਾ, ਜੀ ਸਟੈਪ ਧਰਿਆ ਕਰੋਨਾ ਨੇ ਦੁਬਾਰਾ ਵਾਲੀ ਲਹਿਰ ਦੇ ਆਉਂਦਿਆਂ ਹੀ ਅਗਰ ਸਾਡੀ ਸਰਕਾਰ ਕੋਲੋਂ ਆਕਸੀਜਨ ਦੀ ਘਾਟ ਆਈ ਹੈ, ਇਹਦਾ ਮਤਲਬ ਬੜਾ ਕਲੀਅਰ ਹੈ ਕਿ ਸਰਕਾਰ ਕਰੋਨਾ ਪ੍ਰਤੀ ਕਿੰਨੀ ਕੁ ਸੀਰੀਅਸ ਸੀ। ਸਾਡੀ ਸਰਕਾਰ ਨੂੰ ਇਹ ਹੋਣਾ ਚਾਹੀਦਾ ਸੀਗਾ ਕਿ ਭਾਵੇਂ ਜਿੰਨਾ ਵੀ ਇਹ ਬਿਮਾਰੀ ਫੈਲੇ, ਸਰਕਾਰ ਉਹਦੇ ਸਮਰੱਥ ਹੁੰਦੀ ਔਰ ਉਸ ਬਿਮਾਰੀ ਦਾ ਮੁਕਾਬਲਾ ਕਰਦੀ, ਔਰ ਇਹਨਾਂ ਨੇ ਤੇ ਸਗੋਂ ਉਲਟਾ ਕਰਿਆ ਕੰਮ। ਦੋ ਗੱਲਾਂ ਹੈ, ਇਸ ਸਾਡਾ ਜਿਹੜਾ ਅੰਦੋਲਨ ਚੱਲ ਰਿਹਾ ਹੈ, ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਖਾਤਰ, ਇਸ ਅੰਦੋਲਨ ਨੂੰ ਉਠਾਉਣ ਦੀ ਖਾਤਰ ਇੱਕ ਚਾਲ ਚੱਲੀ ਗਈ ਹੈ। ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹਨਾਂ ਨੇ ਵੈਕਸੀਨ ਲਾਈ। ਵੈਕਸੀਨ ਹੈ ਜਿਹੜੀ ਉਹ ਵੈਕਸੀਨ ਆਪਣੇ ਆਪ ਦੇ ਵਿੱਚ ਕਰੋਨਾ ਦਾ ਹੀ ਜਿਹੜਾ ਵਾਇਰਸ ਹੈ, ਉਹ ਵਾਇਰਸ ਬਾਡੀ ਦੇ ਅੰਦਰ ਛੱਡਿਆ ਜਾਂਦਾ ਹੈ ਔਰ ਉਹਦਾ ਮੁਕਾਬਲਾ ਕਰਨ ਵਾਸਤੇ ਸਰੀਰ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਔਰ ਜਦੋਂ ਕਰੋਨਾ ਵਾਇਰਸ ਆਦਮੀ ਦੇ ਸਰੀਰ ਦੇ ਅੰਦਰ ਛੱਡਿਆ ਗਿਆ ਹੈ, ਉਹਦੀ ਉਹਨੇ ਲੜਾਈ ਲੜਨੀ ਹੈ ਸਰੀਰ ਨੇ, ਤਾਂ ਉਹਨੂੰ ਬੁਖਾਰ ਚੜ੍ਹਨਾ ਸੁਭਾਵਿਕ ਹੈ। ਔਰ ਜਦੋਂ ਲੋਕਾਂ ਨੂੰ ਬੁਖਾਰ ਚੜ੍ਹਿਆ, ਲੋਕ ਕਰੋਨਾ ਦੇ ਦੁਹਾਈ ਪਿੱਟ ਦਿੱਤੀ ਇਹਨਾਂ ਨੇ, ਲੋਕ ਹਸਪੀਟਲਾਂ ਵੱਲ ਨੂੰ ਭੱਜੇ। ਹੁਣ ਹਸਪੀਟਲਾਂ ਦੇ ਵਿੱਚ ਅੱਗੇ ਇਹਨਾਂ ਦੇ ਪ੍ਰਬੰਧ ਕਿੰਨੇ ਕੁ ਸੀ ਉਹ ਪਤਾ ਹੀ ਸੀ। ਉਹ ਹਸਪੀਟਲਾਂ ਦੇ ਵਿੱਚ ਪ੍ਰਬੰਧ ਨਾ ਹੋਣ ਕਰਕੇ ਹਸਪੀਟਲਾਂ ਦੇ ਵਿੱਚ ਰਸ਼ ਵਧਿਆ ਔਰ ਉੱਥੇ ਜਾਣ ਬੁੱਝ ਕੇ ਸਰਕਾਰ ਨੇ ਲੋਕਾਂ ਤੱਕ ਆਕਸੀਜਨ ਦੀ ਸਪਲਾਈ ਨਹੀਂ ਹੋਣ ਦਿੱਤੀ, ਲੋਕਾਂ ਤੱਕ ਆਕਸੀਜਨ ਨਹੀਂ ਪਹੁੰਚਾਈ। ਜਿਵੇਂ ਕਲੀਅਰ ਹੋਇਆ ਕਿ ਅਖਬਾਰਾਂ ਦੀਆਂ ਖਬਰਾਂ ਛਪ ਗਈਆਂ ਕਿ ਹਰਿਆਣੇ ਵਾਲਿਆਂ ਨੇ ਦਿੱਲੀ ਨੂੰ ਆਕਸੀਜਨ ਨਹੀਂ ਦਿੱਤੀ। ਇਹਦਾ ਮਤਲਬ ਇੱਕ ਪਾਸੇ ਮਨੁੱਖ ਮਰ ਰਹੇ ਹੈ, ਇੱਕ ਪਾਸੇ ਕਿੜ ਕੱਢੀ ਜਾ ਰਹੀ ਹੈ, ਰਾਜਨੀਤੀ ਕਿੜ ਕੱਢੀ ਜਾ ਰਹੀ ਹੈ। ਇਹ ਕਿੰਨੇ ਕੁ ਸੀਰੀਅਸ ਨੇ ਲੋਕਾਂ ਦੀ ਖਾਤਰ, ਔਰ ਉਹਨਾਂ ਨੂੰ ਆਕਸੀਜਨ ਨਾ ਦੇਣਾ ਆਪਣੇ ਆਪ ਦੇ ਵਿੱਚ ਜਿੱਥੇ ਕਿੜ ਕੱਢਣ ਵਾਲੀ ਗੱਲ ਹੈ, ਉੱਥੇ ਇਹ ਵੀ ਸੀ ਉਹਨਾਂ ਦੀ ਕਿ ਇੱਥੇ ਅਗਰ ਆਕਸੀਜਨ ਨਾ ਮਿਲੀ, ਲੋਕਾਂ ਦੀ ਡੈਥ ਹੋਏਗੀ, ਜ਼ਿਆਦਾ ਮੌਤ ਹੋਏਗੀ, ਲੋਕ ਅੰਦੋਲਨ ਤੋਂ ਪਿੱਛੇ ਹਟਣਗੇ, ਅੰਦੋਲਨ ਕਮਜ਼ੋਰ ਹੋ ਸਕਦਾ ਹੈ। ਔਰ ਅਗਰ ਦੂਸਰੀ ਗੱਲ ਕਿ ਇਹਨਾਂ ਮੌਤਾਂ ਦਾ ਹਵਾਲਾ ਦੇ ਕੇ ਇਸ ਅੰਦੋਲਨ ਨੂੰ ਅਸੀਂ ਖੜਾ ਸਕਦੇ ਹਾਂ, ਔਰ ਉਹ ਸਾਰੇ ਦਾਅ ਪੇਚ ਮਤਲਬ ਸਰਕਾਰ ਨੇ ਵਰਤੇ ਹੈ। ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਕਰੋਨਾ ਨਹੀਂ, ਕਰੋਨਾ ਬਿਮਾਰੀ ਹੈ, ਇੱਕ ਬਿਮਾਰੀ ਚੱਲੀ ਆ ਰਹੀ ਹੈ, ਲੇਕਿਨ ਇਹਨੂੰ ਮਹਾਮਾਰੀ ਬਣਾਉਣ ਦੇ ਵਿੱਚ ਸਾਡੀ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ, ਜਦੋਂ ਇਹਨਾਂ ਨੇ ਮਤਲਬ ਲੋਕਾਂ ਤੱਕ ਨਾ ਤਾਂ ਆਕਸੀਜਨ ਦਾ ਅਰੇਂਜਮੈਂਟ ਕੀਤਾ ਔਰ ਨਾ 2 ਸਾਲ ਦੇ ਵਿੱਚ ਨਵੇਂ ਹਸਪੀਟਲਾਂ ਦਾ ਪ੍ਰਬੰਧ ਕੀਤਾ, ਨਾ ਨਵੇਂ ਵਾਰਡ ਕਿਤੇ ਬਣਾਏ ਗਏ ਜੋ ਹਸਪੀਟਲਾਂ ਦੇ ਵਿੱਚ। ਕਰੋਨਾ ਪ੍ਰਤੀ ਬਿਲਕੁਲ ਸਰਕਾਰ ਅੱਜ ਤੱਕ ਸੁੱਤੀ ਰਹੀ ਹੈ ਔਰ ਅੱਜ ਇੱਕੋ ਹੀ ਇਹਦਾ ਮਤਲਬ ਸੀਗਾ ਸਰਕਾਰ ਦਾ, ਅਗਰ ਕਰੋਨਾ ਪ੍ਰਤੀ ਸਰਕਾਰ ਸੁੱਤੀ ਰਹੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸੁਨੇਹਾ ਹੈ ਕਿ ਕਰੋਨਾ ਸੱਚਮੁੱਚ ਬਹੁਤ ਖਤਰਨਾਕ ਬਿਮਾਰੀ ਨਹੀਂ ਸੀ। ਅਗਰ ਸੱਚਮੁੱਚ ਐਡੀ ਖਤਰਨਾਕ ਬਿਮਾਰੀ ਹੁੰਦੀ, ਸਰਕਾਰ ਕੋਈ ਵੀ ਹੋਵੇ, ਉਹ ਆਪਦੀ ਜਨਤਾ ਨੂੰ ਬਚਾਉਣ ਲਈ, ਆਪਦੇ ਲੋਕਾਂ ਨੂੰ ਬਚਾਉਣ ਲਈ ਤਤਪਰ ਹੁੰਦੀ ਹੈ, ਉਹ ਪੈਸਾ ਲਾਉਂਦੀ ਹੈ, ਉਹ ਕੰਮ ਕਰਦੀ ਹੈ। ਲੋਕ ਨਹੀਂ ਕੀਤਾ ਗਿਆ। ਅਗਰ ਉਹ ਨਹੀਂ ਕੀਤਾ ਗਿਆ ਤਾਂ ਇਹਦਾ ਮਤਲਬ ਇਸ ਬਿਮਾਰੀ ਨੂੰ ਸੀਰੀਅਸਲੀ ਨਹੀਂ ਲਿਆ ਗਿਆ। ਸੀਰੀਅਸਲੀ ਇਸ ਲਈ ਨਹੀਂ ਲਿਆ ਗਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸੀਰੀਅਸਲੀ ਇਹਨੂੰ ਲੈਣ ਦੀ ਲੋੜ ਹੀ ਨਹੀਂ ਗੀ, ਵੱਧ ਤੋਂ ਵੱਧ 1.5% ਦਾ ਮਤਲਬ ਡੈਥ ਰੇਟ ਹੈ। तो इस करके एक मामूली नॉर्मल बीमारी सी जिन्हों सरकार ने वैक्सीन ला के वधाया और नाल ही फिर अगे मतलब ऑक्सीजन की कमी बना के उन्होंने लोगों की डेथ रेट में बढ़ाया गया
ਔਰ ਉਹਦੇ ਉਸ ਡੈਥ ਰੇਟ ਵਧਣ ਦੇ ਨਾਲ ਇੱਕ ਤਰ੍ਹਾਂ ਦਾ ਹਊਆ ਖੜਾ ਕੀਤਾ ਗਿਆ, ਲੋਕਾਂ ਦੇ ਅੰਦਰ ਭੈ ਦਾ ਮਾਹੌਲ ਬਣਾਇਆ ਗਿਆ ਔਰ ਉਹਨੂੰ ਵਰਤਣਾ ਚਾਹੁੰਦੇ ਨੇ ਇਸ ਅੰਦੋਲਨ ਦੇ ਖਿਲਾਫ। ਜਿਸ ਹਿਸਾਬ ਨਾਲ ਹਰਿਆਣਾ ਦੇ ਵਿੱਚ ਵੀ ਧਾਰਾ 144 ਲੱਗੀ, ਲੋਕਡਾਊਨ ਹੋ ਗਿਆ, ਤਾਂ ਕੀ ਲੱਗਦਾ ਅਸੀਂ ਵੀ ਥੋੜਾ ਹਰਿਆਣੇ ਦੇ ਵਿੱਚ ਪੈਂਦੇ ਆ? ਜੇ ਕੋਈ ਜਬਰਨ ਉਹਨਾਂ ਨੇ ਇੱਥੇ ਲੋਕਡਾਊਨ ਲਾਤਾ ਤਾਂ ਫਿਰ ਕਿਸਾਨੀ ਅੰਦੋਲਨ ਤੇ ਅਸਰ ਪੈ ਸਕਦਾ ਹੈ? ਦੇਖੋ ਸਰਕਾਰ, ਦੇਖੋ ਜਿਹੜੀ ਸਰਕਾਰ ਹੁੰਦੀ ਹੈ ਨਾ ਜੀ, ਸਰਕਾਰ ਨੇ ਤਾਂ ਆਰਡਰ ਪਾਸ ਕਰਨਾ ਹੈ, ਉਹ ਕਰ ਸਕਦੇ ਨੇ, ਬਟ ਅਗਰ ਇੱਥੇ ਕੋਈ ਜਬਰੀ ਲੋਕਡਾਊਨ ਲਾ ਕੇ, ਇੱਥੇ ਕਰਫਿਊ ਲਾ ਕੇ ਲੋਕਾਂ ਨੂੰ ਉਠਾਉਣ ਦੀ ਅਗਰ ਕੋਈ ਸੋਚੇ ਤਾਂ ਮੈਨੂੰ ਲੱਗਦਾ ਇਹ ਉਹਨਾਂ ਦੀ ਸੋਚ ਕਮਲੀ ਹੋਏਗੀ, ਇਹ ਉਹਨਾਂ ਦੀ ਮੂਰਖਾਨਾ ਸੋਚ ਹੋਏਗੀ। ਕਿਉਂਕਿ ਜਿੰਨਾ ਕੁ ਅੱਜ ਤੱਕ ਉਹਨਾਂ ਨੇ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਨੇ, ਉਹਨਾਂ ਦੀ ਸਜ਼ਾ ਮਤਲਬ 4 ਸਟੇਟਾਂ ਦੇ ਵਿੱਚ ਭੁਗਤ ਲਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇੱਥੇ ਕਿਸਾਨ ਅੰਦੋਲਨ ਦੇ ਉੱਤੇ ਕਿਸੇ ਤਰ੍ਹਾਂ ਦੀ ਸ਼ਕਤੀ ਨੂੰ ਮਤਲਬ ਯੂਜ਼ ਕਰਨਗੇ, ਆਪਣਾ ਪਾਵਰ ਯੂਜ਼ ਕਰਨ ਦੀ ਕੋਸ਼ਿਸ਼ ਕਰੇਗੀ ਸਰਕਾਰ, ਤਾਂ ਮੈਨੂੰ ਲੱਗਦਾ ਉਹਦੇ ਖਮਿਆਜੇ ਹੋਰ ਬੁਰੇ ਭੁਗਤਣੇ ਪੈਣਗੇ ਔਰ ਕਿਸਾਨ ਉੱਠਣਗੇ ਨਹੀਂ। ਡੱਲੇਵਾਲ ਜੀ, ਇੱਥੇ ਇਹ ਵੀ ਦੇਖਿਆ ਜਾ ਰਿਹਾ ਸੀ ਕਿ ਜਦੋਂ ਤੁਸੀਂ ਪੱਛਮੀ ਬੰਗਾਲ ਦੇ ਵਿੱਚ ਦੌਰਾ ਕੀਤਾ, ਲੋਕਾਂ ਦੇ ਵਿਊ ਕਿੱਦਾਂ ਸੀ, ਲੋਕ ਕੀ ਸੋਚਦੇ ਸੀ? ਕਿਉਂਕਿ ਅਸੀਂ ਇਹ ਵੀ ਸੁਣਿਆ ਕਿ ਲੋਕ ਉਦੋਂ ਇਹ ਕਹਿੰਦੇ ਸੀ ਜਿਹੜੇ ਸਟੇਟਾਂ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੀਆਂ ਸੀ, ਉਸ ਟਾਈਮ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਚਿਹਰੇ ਸਾਡੇ ਇੱਥੇ ਆ ਕੇ ਪੰਚਾਇਤਾਂ ਕਰਨੀਆਂ ਚਾਹੀਦੀਆਂ। ਦੇਖੋ ਗੱਲ ਕੀ ਹੈ, ਇਸ ਅੰਦੋਲਨ ਨੇ ਇਹ ਬੜੀ ਕਲੀਅਰ ਗੱਲ ਹੈ ਕਿ ਸਿੱਖੀ, ਕਿਉਂਕਿ ਅੰਦੋਲਨ ਪੰਜਾਬ ਤੋਂ ਉੱਠਿਆ, ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ ਔਰ ਬੰਗਾਲ ਦਾ ਤੇ ਪੰਜਾਬ ਦਾ ਇੱਕ ਰਿਸ਼ਤਾ ਹੈ, ਬਹੁਤ ਗਹਿਰਾ ਰਿਸ਼ਤਾ ਹੈ। ਬੰਗਾਲ ਨੇ ਤੇ ਪੰਜਾਬ ਨੇ, ਜਿਹੜਾ ਅੱਜ ਹਰਿਆਣੇ 'ਚ ਵੀ ਅਸੀਂ ਬੈਠੇ ਹਾਂ, ਇਹ ਵੀ ਇੱਕੋ ਹੀ ਪੰਜਾਬ ਦਾ ਹਿੱਸਾ ਸੀ ਉਸ ਵੇਲੇ। ਔਰ ਜਿਹੜਾ ਆਜ਼ਾਦੀ ਦੀ ਲੜਾਈ ਹੈ ਨਾ, ਬੰਗਾਲ ਤੇ ਪੰਜਾਬ ਨੇ ਮਤਲਬ ਰਲ ਕੇ ਲੜੀ ਹੈ ਉਸ ਵੇਲੇ। ਇਸ ਕਰਕੇ ਉਹ ਲੋਕਾਂ ਦੇ ਅੰਦਰ ਉਹ ਜਾਗਰਤੀ ਵੀ ਆਈ ਹੈ। ਦੂਸਰੀ ਗੱਲ, ਅੰਦੋਲਨ ਪੰਜਾਬ 'ਚ ਉੱਠਿਆ, ਪੰਜਾਬ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹ ਪੱਗਾਂ ਵਾਲੇ ਨੇ, ਸਿੱਖ ਚਿਹਰੇ ਨੇ ਔਰ ਉਹਨਾਂ ਨੂੰ ਐਂ ਲੱਗੀ ਗੱਲ ਲੋਕਾਂ ਨੂੰ ਕਿ ਅੰਦੋਲਨ ਇਹ ਲੜਦੇ ਆ ਰਹੇ ਨੇ, ਅੰਦੋਲਨ ਦੀ ਸ਼ੁਰੂਆਤ ਇਹਨਾਂ ਨੇ ਕੀਤੀ ਹੈ, ਤੇ ਉਹ ਇਸ ਕਰਕੇ ਇਹਨਾਂ ਪ੍ਰਤੀ ਲੋਕਾਂ ਦੇ ਅੰਦਰ ਇੱਕ ਸਹਿਮਤੀ, ਇੱਕ ਪਿਆਰ ਦੀ ਭਾਵਨਾ ਜਾਗੀ ਔਰ ਲੋਕਾਂ ਨੂੰ ਇਹ ਤੋਂ ਉਮੀਦ ਜਾਗੀ ਕਿ ਸ਼ਾਇਦ ਮਤਲਬ ਇਹ ਹੋਰ ਅੰਦੋਲਨ ਨੂੰ ਸਾਡੇ ਅਗਰ ਆਉਣਗੇ ਤਾਂ ਹੋਰ ਵੀ ਅੰਦੋਲਨ ਨੂੰ ਮਜ਼ਬੂਤ ਕਰਨਗੇ। ਔਰ ਉਸ ਗੱਲ ਦੇ ਵਿੱਚੋਂ ਉਹਨਾਂ ਲੋਕਾਂ ਨੇ ਸਾਨੂੰ ਸੱਦਿਆ, ਅਸੀਂ ਲੋਕਾਂ ਦੇ ਧੰਨਵਾਦੀ ਹਾਂ। ਜਿਹੜਾ ਸਾਡੇ ਸਿੱਖ ਚਿਹਰੇ, ਸਾਡੇ ਇਸ ਸਰੂਪ ਦਾ ਉਹਨਾਂ ਦੇ ਮਨ ਦੇ ਵਿੱਚ ਪਿਆਰ ਆਇਆ, ਸਤਿਕਾਰ ਆਇਆ, ਇਸ ਲਈ ਅਸੀਂ ਸਾਡੀ ਪੂਰੀ ਸਿੱਖ ਕੌਮ ਨੂੰ ਅਸੀਂ ਕਹਾਂਗੇ ਕਿ ਤੁਹਾਡੀ ਸਮੁੱਚੀ ਕੌਮ ਲਈ ਇਹ ਇੱਕ ਮਾਣ ਵਾਲੀ, ਸਨਮਾਨ ਵਾਲੀ ਗੱਲ ਹੈ। ਇਹਨੂੰ ਬਹਾਲ ਰੱਖਣ ਦੀ ਲੋੜ ਹੈ, ਇਹਨੂੰ ਬਹਾਲ ਰੱਖੀਏ। ਜਿਸ ਤਰ੍ਹਾਂ ਉਹ ਸਾਨੂੰ ਪਿਆਰ ਕਰਦੇ ਨੇ, ਅਸੀਂ ਵੀ ਉਹਨਾਂ ਨੂੰ ਉਸੇ ਤਰ੍ਹਾਂ ਦਾ ਪਿਆਰ ਦੇਈਏ। ਡੱਲੇਵਾਲ ਜੀ, ਇੱਥੇ ਤੁਸੀਂ ਦੇਖਿਆ ਕਿ ਹੁਣ ਹਾਰ ਤਾਂ ਬੇਸ਼ੱਕ ਬੀਜੇਪੀ ਸਰਕਾਰ ਨੇ ਦੇਖੀ ਆ, ਜਿਹਦੇ ਤੇ ਮੋਰਚੇ ਤੇ ਵੀ ਆਪਣਾ ਪੂਰਾ ਅਸਰ ਪਿਆ, ਕਿਉਂਕਿ ਕਿਤੇ ਨਾ ਕਿਤੇ ਨਿਰਭਰ ਕਰਦਾ ਸੀ ਉਹ ਸਟੇਟਾਂ ਦੇ ਰਿਜ਼ਲਟ ਆਉਣ ਤੇ ਵੀ, ਹੈ ਨਾ। ਤਾਂ ਹੁਣ ਮੋਰਚੇ ਦੀ ਹੋਰ ਮਜ਼ਬੂਤੀ ਲਈ ਅੱਗੋਂ ਕੀ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ? ਕਿਉਂਕਿ ਅਸੀਂ ਪਿੱਛੇ ਬੀਤੇ ਦਿਨੀ ਗੱਲਾਂ ਕਰੀਏ ਕਿ ਤੁਸੀਂ ਦੇਖ ਸਕਦੇ ਹੋ ਵੀ ਕਈ ਲੀਡਰਾਂ ਦੇ ਇੱਦਾਂ ਦੇ ਬਿਆਨ ਵੀ ਆਏ ਜਿਹੜੇ ਕਿ ਮੋਰਚੇ ਨੂੰ ਤੋੜਨ ਵਾਲੇ ਨੇ, ਕਿਉਂਕਿ ਜੋ ਸਰਕਾਰ ਭਾਸ਼ਾ ਬੋਲਦੀ ਸੀ ਉਹ ਲੀਡਰਾਂ ਵੱਲੋਂ ਵੀ ਬੋਲਿਆ ਗਿਆ। ਦੇਖੋ, ਮੈਂ ਬੇਨਤੀ ਕਰਾਂ ਕਿ ਲੀਡਰਾਂ ਦੇ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਨੇ। ਅਸੀਂ 30-32 ਜਥੇਬੰਦੀਆਂ ਜਿਹੜੇ ਵੱਖਰੇ ਵੱਖਰੇ ਵਿਚਾਰਾਂ ਦੇ ਲੋਕ ਹਾਂ ਜੀ। ਅਗਰ ਇੱਕ ਹੁੰਦੇ ਤਾਂ ਇੰਨੀਆਂ ਜਥੇਬੰਦੀਆਂ ਹੀ ਨਾ ਬਣਦੀਆਂ। ਇੰਨੀਆਂ ਜਥੇਬੰਦੀਆਂ ਬਣੀਆਂ ਹੀ ਤਾਂ ਹੈ ਕਿ ਵਿਚਾਰਧਾਰਾ ਵੱਖਰੀ ਵੱਖਰੀ। ਲੇਕਿਨ ਅੱਜ ਅੰਦੋਲਨ ਦੀ ਅਹਿਮੀਅਤ ਨੂੰ ਸਮਝ ਕੇ ਸਾਰੇ ਅਸੀਂ ਇਕੱਠੇ ਹੋਏ ਹਾਂ। ਤਾਂ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਹੀ ਤਤਪਰ ਹਾਂ। ਗੁੱਸੇ ਦੇ ਵਿੱਚ ਕਿਸੇ ਨੇ ਕੋਈ ਗੱਲ ਕਹਿਤੀ ਹੋਵੇ, ਜਿਹਨੇ ਵੀ ਕਹੀ ਉਹਦਾ ਜਵਾਬ ਤਾਂ ਉਹ ਦੇ ਸਕਦੇ ਨੇ, ਲੇਕਿਨ ਮੈਂ ਕਹੂੰਗਾ ਕਿ ਲੋਕਾਂ ਦੀ ਏਕਤਾ ਕਾਇਮ ਹੈ ਔਰ ਸਾਰੇ ਹੀ ਜ਼ੋਰ ਲਾ ਰਹੇ ਨੇ ਕਿ ਮੋਰਚੇ ਦੇ ਵਿੱਚ ਲੋਕਾਂ ਦੀ ਆਮਦ ਵਧੇ। ਔਰ ਜਿਵੇਂ ਲੋਕਾਂ ਦੀ ਆਮਦ ਵੱਧ ਵੀ ਰਹੀ ਹੈ, ਤੁਸੀਂ ਦੇਖ ਵੀ ਰਹੇ ਹੋ, ਪਿਛਲੇ 1.5 ਹਫ਼ਤੇ ਤੋਂ ਲੋਕਾਂ ਦੀ ਗਿਣਤੀ ਦੁਬਾਰਾ ਮੋਰਚਿਆਂ ਦੇ ਵਿੱਚ ਵਧਣੀ ਸ਼ੁਰੂ ਹੋਈ ਹੈ। ਇਹਦਾ ਮਤਲਬ ਸਾਰੀਆਂ ਜਥੇਬੰਦੀਆਂ ਆਪਣੀ ਆਪਣੀ ਥਾਂ 'ਤੇ ਜ਼ੋਰ ਲਾ ਰਹੀਆਂ ਇਸ ਮੋਰਚੇ ਨੂੰ ਮਜ਼ਬੂਤ ਕਰਨ ਲਈ। ਔਰ ਇੰਨਾ ਮਜ਼ਬੂਤ ਕਰਾਂਗੇ ਕਿ ਹਰ ਹਾਲ ਦੇ ਵਿੱਚ ਜਿਹੜਾ ਸਰਕਾਰ ਨੂੰ ਇਸ ਅੰਦੋਲਨ ਦੇ ਸਾਹਮਣੇ ਝੁਕਣਾ ਪਵੇ ਔਰ ਉਹਦੇ ਵਿੱਚ ਅਸੀਂ ਜਿੱਤ ਕੇ ਜਾਈਏ। ਦੁਬਾਰਾ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋਊਗੀ, ਕਿਉਂਕਿ ਪਹਿਲਾਂ ਵੀ ਕਿਤੇ ਨਾ ਕਿਤੇ ਆਪਾਂ ਕਹਿ ਰਹੇ ਸੀਗੇ ਕਿ ਇੱਕ ਤਕਰੀਰਾਂ ਚਲਾਈਆਂ ਸੀ ਕਿ ਤਾਂ ਕਿ ਨੌਜਵਾਨ ਬਜ਼ੁਰਗਾਂ ਦੇ ਨਾਲ ਹੀ ਆਪਸੀ ਮਤਭੇਦ ਕਰ ਲੈਣ। ਕਿ ਹੁਣ ਦੁਬਾਰੇ ਸਰਕਾਰ ਨੂੰ ਮੌਕਾ ਤਾਂ ਨਹੀਂ ਮਿਲੂਗਾ ਇੱਕ ਪਲੇਟਫਾਰਮ ਤੇ ਹੋ ਕੇ, ਇੱਕਜੁੱਟ ਹੋ ਕੇ ਮੋਰਚੇ ਨੂੰ ਅੱਗੇ ਚਲਾਇਆ ਜਾਊਗਾ? ਨਹੀਂ, ਬਿਲਕੁਲ ਇਕਮੁੱਠ ਏਕਤਾ ਨਾਲ ਮੋਰਚਾ ਜਿੱਤਿਆ ਜਾਣਾ ਹੈ, ਕੋਈ ਫਰਕ ਨਹੀਂ ਹੈ। ਨੌਜਵਾਨ ਸਾਡੇ ਨੇ, ਸਾਡੇ ਬੱਚੇ ਹੈ। ਹੁੰਦਾ ਹੈ ਬੱਚਿਆਂ ਦਾ, ਦੇਖੋ ਉਮਰ ਦਾ ਜਿਹੜਾ ਤਕਾਜ਼ਾ ਹੈ, ਉਮਰ ਦਾ ਜਿਹੜਾ ਫਰਕ ਹੈ, ਉਹ ਫਰਕ ਦੇ ਨਾਲ ਅਸੀਂ ਠੰਡੇ ਚੱਲਣਾ ਹੀ ਚੱਲਣਾ, ਸੁਭਾਵਿਕ ਗੱਲ ਹੈ। ਨੌਜਵਾਨ ਨੇ ਗਰਮ ਚੱਲਣਾ ਹੀ ਚੱਲਣਾ, ਇਹ ਕੁਦਰਤੀ ਗੱਲ ਹੈ। ਉਹ ਬਸ ਇੱਥੇ ਇੰਨੀ ਥੋੜੀ ਜਿਹੀ ਸਮਝ ਦਾ ਫਰਕ ਹੁੰਦਾ ਹੈ। ਉਹ ਸਾਡੇ ਨੌਜਵਾਨ ਸਿਆਣੇ ਨੇ, ਐਸੀ ਗੱਲ ਨਹੀਂ ਹੈ, ਸਮਝ ਜਾਂਦੇ ਨੇ ਛੇਤੀ ਗੱਲ ਨੂੰ। ਤੋ ਕਦੇ ਨਾ ਕਦੇ ਭੜਕਾਹਟ ਦੇ ਵਿੱਚ ਆ ਕੇ ਕੋਈ ਗੱਲ ਕਰ ਜਾਂਦੇ ਆ। ਬੱਚੇ ਸਾਡੇ ਨੇ, ਅਖੀਰ ਨੂੰ ਸਾਡੇ ਜਵਾਕਾਂ ਦੇ ਸਾਨੂੰ ਗੁੱਸਾ ਕਾਹਦਾ, ਅਸੀਂ ਰਲ ਕੇ ਮਤਲਬ ਮੋਰਚਾ ਜਿੱਤਾਂਗੇ। ਬਹੁਤ ਬਹੁਤ ਧੰਨਵਾਦ।
ਜੀ ਸੋ ਦਰਸ਼ਕੋ ਇਹ ਸਨ ਜਗਜੀਤ ਸਿੰਘ ਡੱਲੇਵਾਲ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਲੈਕਸ਼ਨਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਵੱਡੀ ਉਹਨਾਂ ਨੂੰ ਜਿੱਤ ਹਾਸਲ ਹੋਈ ਉਹਨਾਂ ਦਾ ਕਹਿਣਾ, ਕਿਉਂਕਿ ਅੱਜ ਕਿਸਾਨੀ ਅੰਦੋਲਨ ਪੂਰੇ ਵਰਲਡ ਦੇ ਵਿੱਚ ਇੱਕ ਕਹਿ ਸਕਦੇ ਕਿ ਚਿੰਗਾਰੀ ਵਾਂਗੂ ਜਗ ਰਿਹਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਦੀ ਜਿੱਤ ਆ ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਆਪਾਂ ਨੂੰ ਪਤਾ ਲੱਗ ਜੂਗੀ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਲਗਾਤਾਰ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।